दीनन की प्रतिपाल करे नित। संत अबार गनी मन गारै। कश कश नग नाग निराधप सर्ब समय सबको प्रतिपारै। उक्त है जल में थल में कल में कल के नहीं कर्म विचारै। दीन दयाल दया निध दुखन देखत है। कर देत न हारै। सुख टल गुर सेवियै अहनिस सहज सुभाए। दर्शन परसै गुरु कै जन्म मरण दुख जाए। होवै सिफत खुशामदी दूर अरसों कुरसों चट्टियै। तुद डिठे सच्चे पातशाह मल जन्म जन्म दी कट्टियै। सज्जन सच्चा पातशाह सिर शां दै शाह हो। जिस पास बैठिया सोहियै सबना दा विसाहो। सतनाम श्री वाहिगुरु साहिब जी। सोरठ महला तीजा। हर जियो तुदनो सदा सलाही प्यारे। जिचर घट अंतर है सासा। एक पल खिन विसरह तू स्वामी। जानो बरस 50 हम मूड मुगद सदा से पाई। गुर का शब्द पर गासा। हर जियो तुदनो सदा सलाही प्यारे। जिचर घट अंतर है सासा। एक पल खिन विसरह तू स्वामी। जानो बरस 50 हम मूड मुगद सदा से पाई। गुर का शब्द पर गासा। हर जियो तुम आपे देहो बुझाई। हर जियो तुद विटो वारिया साधही। तेरे नाम विटो बल जाई। हर जियो तुम आपे देहो बुझाई। हर जियो तुद विटो वारिया साधही। तेरे नाम विटो बल जाई। रहाओ। वाहिगुरु जी का खालसा वाहिगुरु जी की फतेह। पतित पावन भगत वत्सल करुणा निधान जुगो जुग अटल।
ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਤਾ ਦੇ ਜੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲੀਆਂ ਬਣਾ ਰਹੇ ਹੋ। ਅੱਜ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਿਮਾ ਦੇ ਮਾਲਕ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਇਹ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਹੋਇਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਹਰਿ ਜੀਓ ਤੁਮ ਆਪੇ ਦੇਹੋ 부ਝਾਈ, ਹਰਿ ਜੀਓ ਤੁਧ ਵਿਟਹੁ ਵਾਰਿਆ ਸਦਹੀ, ਤੇਰੇ ਨਾਮ ਵਿਟਹੁ ਬਲ ਜਾਈ। ਕਰੀਬਨ ਸਾਰੇ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਵਰਣਨ ਕੀਤੀ ਹੈ ਕਿ ਹੇ ਵਾਹਿਗੁਰੂ ਜੀ, ਅਸੀਂ ਤੇਰੇ ਨਾਮ ਤੋਂ ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਹੀਰਾ ਹਾਥ ਮੋ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਕਹਿੰਦੇ ਹੀਰਾ ਹੱਥ ਦੇ ਉੱਪਰ ਰੱਖਿਆ ਹੋਇਆ ਇੱਕ ਕੱਚ ਦਾ ਟੁਕੜਾ ਹੀ ਪ੍ਰਤੀਤ ਹੁੰਦਾ ਹੈ, ਪਰ ਜਦ ਉਹਦਾ ਮੁੱਲ ਪੈਂਦਾ ਹੈ ਫਿਰ ਭੰਡਾਰੇ ਭਰ ਜਾਂਦੇ ਹਨ। ਜੈਸੇ ਹੁੰਡੀ ਲਰ ਬਾਂਧੇ ਲਾਗਤ ਨਾ ਭਾਰ, ਕਛ ਆਗੇ ਜਾਏ ਤੇ ਪਾਈਅਤ ਲక్ష్ਮੀ ਅਪਾਰ ਜੀ। ਹੁੰਡੀ ਦਾ ਕਾਗਜ਼, ਚੈੱਕ ਦਾ ਕਾਗਜ਼ ਛੋਟਾ ਜਿਹਾ ਇੱਕ ਟੁਕੜਾ ਹੀ ਹੁੰਦਾ ਹੈ, ਪਰ ਉਸੇ ਹੁੰਡੀ ਦੇ ਨਾਲ, ਚੈੱਕ ਦੇ ਨਾਲ ਬਹੁਤ ਸਾਰੀ ਲక్ష్ਮੀ, ਬਹੁਤ ਸਾਰਾ ਧਨ ਮਿਲ ਜਾਂਦਾ ਹੈ। जैसे बट बीज अत सूक्ष्म स्वरूप होत, बोए से विविध करे बिरखा विस्तार जी। ਬੋੜ ਦਾ ਬੀਜ ਬਹੁਤ ਹੀ ਸੂਖਸ਼ਮ, ਬਹੁਤ ਹੀ ਛੋਟਾ ਹੁੰਦਾ ਹੈ, ਪਰ ਉਹੀ ਬੀਜ ਇੱਕ ਦਿਨ ਬਹੁਤ ਵੱਡਾ ਬਿਰਛ ਬਣ ਜਾਂਦਾ ਹੈ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਨੀਐ ਮਹਾਤਮ ਗਏ ਹੀ ਹਰਿ ਦੁਆਰ ਜੀ। ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਕੁਝ ਅੱਖਰਾਂ ਦਾ ਹੀ ਹੁੰਦਾ ਹੈ, ਪਰ ਜਿਹੜੇ ਉਸ ਨਾਮ ਦੀ ਕਮਾਈ ਕਰ ਲੈਂਦੇ ਹਨ, ਜਿਹੜੇ ਉਸ ਨਾਮ ਦਾ ਅਭਿਆਸ ਕਰ ਲੈਂਦੇ ਹਨ, ਫਿਰ ਉਸ ਨਾਮ ਦੀ ਬਰਕਤ ਦੁਆਰਾ ਉਹਨਾਂ ਦੇ ਜੀਵਨ ਦੇ ਵਿੱਚ ਸੰਸਾਰਕ ਅਤੇ ਆਤਮਿਕ ਸੁੱਖ ਜਿਹੜੇ ਹਨ ਉਹਨਾਂ ਦੇ ਅੰਬਾਰ ਲੱਗ ਜਾਂਦੇ ਹਨ। ਪਾਤਸ਼ਾਹ ਜੀ ਫਰਮਾਉਂਦੇ ਹਨ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਇਸ ਨਾਮ ਦੀ ਬਰਕਤ ਦੇ ਨਾਲ ਹਲਤ ਦੇ ਵੀ ਸੁੱਖ ਮਿਲਦੇ ਹਨ, ਪਲਤ ਦੇ ਵੀ ਸੁੱਖ ਮਿਲਦੇ ਹਨ, ਇਸ ਲੋਕ ਦੇ ਵੀ ਸੁੱਖ ਮਿਲਦੇ ਹਨ, ਪਰਲੋਕ ਦੇ ਵੀ ਮਿਲਦੇ ਹਨ।
ਸਾਧ ਸੰਗਤ ਜੀ, ਪਰਮੇਸ਼ਰ ਦੇ ਵੱਖ-ਵੱਖ ਧਰਮਾਂ ਦੇ ਅਨੁਸਾਰ ਵੱਖ-ਵੱਖ ਨਾਮ ਹਨ। ਕੋਈ ਉਸ ਨੂੰ ਰਾਮ ਆਖਦਾ ਹੈ, ਕੋਈ ਉਸ ਨੂੰ ਅੱਲਾ ਆਖਦਾ ਹੈ, ਕੋਈ ਉਸ ਨੂੰ ਗੋਡ ਆਖਦਾ ਹੈ। ਸਿੱਖ ਜਗਤ ਦੇ ਵਿੱਚ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਵਾਹਿਗੁਰੂ ਮੰਤਰ ਦਾ ਅਭਿਆਸ ਕਰਨ ਦੀ ਹਦਾਇਤ ਹੈ। ਵਿਦਵਾਨਾਂ ਦੇ ਮੁਤਾਬਕ ਜਿਵੇਂ ਸੂਰਜ ਦੇ ਬਹੁਤ ਸਾਰੇ ਨਾਮ ਹਨ, ਪਰ ਉਹਦੇ ਨਾਮ ਦੇ ਉੱਪਰ ਕੋਈ ਝਗੜਾ ਨਹੀਂ। ਧਰਤੀ ਦੇ ਬਹੁਤ ਸਾਰੇ ਨਾਮ ਹਨ। ਇਸ ਨੂੰ ਵਸੁਦਾ ਵੀ ਕਹਿ ਦਿੱਤਾ ਜਾਂਦਾ ਹੈ, ਧਰਤੀ ਵੀ ਕਹਿ ਦਿੱਤਾ ਜਾਂਦਾ ਹੈ, ਧਰਣੀ ਵੀ ਕਹਿ ਦਿੱਤਾ ਜਾਂਦਾ ਹੈ। ਕੋਈ ਕਿਸ ਤਰ੍ਹਾਂ ਦਾ ਨਾਮ ਲਵੇ, ਕੋਈ ਝਗੜਾ ਨਹੀਂ ਹੈ। ਪਰ ਕਹਿੰਦੇ ਉਹ ਜੋ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਨਾਮ ਦੇ ਉੱਪਰ ਝਗੜੇ ਜਿਹੜੇ ਹਨ ਆਦਿ ਕਾਲ ਤੋਂ ਚੱਲਦੇ ਆ ਰਹੇ ਹਨ, ਅੱਜ ਵੀ ਚੱਲ ਰਹੇ ਹਨ। ਕੋਈ ਕਹਿੰਦਾ ਨਹੀਂ ਜੀ ਰਾਮ ਆਖੋ, ਅੱਲਾ ਕਿਉਂ ਆਖਦੇ ਹੋ। ਕੋਈ ਕਹਿੰਦਾ ਹੈ ਕਿ ਅੱਲਾ ਕਿਉਂ ਆਖਦੇ ਹੋ, ਰਾਮ ਆਖੋ। ਕੋਈ ਕਹਿੰਦਾ ਰਾਮ ਕਿਉਂ ਆਖਦੇ ਹੋ, ਅੱਲਾ ਆਖੋ। ਇਸ ਤਰ੍ਹਾਂ ਇਹ ਵੰਡੀਆਂ ਹਨ। ਹੈ ਪਰਮੇਸ਼ਰ ਇੱਕ ਹੀ। ਜਿਹੜੇ ਵੀ ਧਰਮ ਦੇ ਵਿੱਚ ਜਿਹੜਾ ਵੀ ਕੋਈ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦਾ ਹੈ, ਅਭਿਆਸ ਕਰਦਾ ਹੈ, ਉਹਦਾ ਜੀਵਨ ਬਰਕਤਾਂ ਦੇ ਨਾਲ, ਬਖਸ਼ਿਸ਼ਾਂ ਦੇ ਨਾਲ ਭਰ ਜਾਂਦਾ ਹੈ। ਔਰ ਜਿਹੜਾ ਇਸ ਨਾਮ ਨੂੰ ਤਿਆਗ ਦਿੰਦਾ ਹੈ, ਆਪਣੇ ਜੀਵਨ ਦੇ ਵਿੱਚ ਇਹਦੀ ਜ਼ਰੂਰਤ ਨਹੀਂ ਸਮਝਦਾ ਹੈ, ਉਹਦੇ ਜੀਵਨ ਦੇ ਵਿੱਚ ਕਲਾ, ਕਲੇਸ਼, ਦੁੱਖ, ਦਲਿੱਦਰ ਆਦਿਕ ਜਿਹੜੇ ਹਨ ਉਹ ਬਣੇ ਰਹਿੰਦੇ ਹਨ। ਜਿਸ ਵਕਤ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਜਾਂਦੇ ਹਨ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਛ, ਕੂਜਾ ਵਾਂਗ ਮਸੱਲਾ ਧਾਰੀ। ਜਾਂ ਬਾਬਾ ਸੁੱਤਾ ਰਾਤ ਨੂੰ, ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰੇਨ ਜੁਹਾਰੀ। ਹੁਣ ਕਾਜੀ ਮੁੱਲਾਂ ਜਿਹੜੇ ਹਨ ਉਹ ਆ ਕੇ ਪੁੱਛਦੇ ਹਨ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨੋਈ। ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਨੇ ਉੱਤਰ ਦਿੱਤਾ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਹਿੰਦੇ ਭਾਵੇਂ ਕੋਈ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਈਸਾਈ ਹੈ, ਸਿੱਖ ਹੈ, ਜਿਹਦੇ ਜੀਵਨ ਦੇ ਵਿੱਚ ਚੰਗੇ ਅਮਲ ਨਹੀਂ ਹਨ, ਪਰਮੇਸ਼ਰ ਦਾ ਨਾਮ ਨਹੀਂ ਹੈ, ਉਹਦੇ ਜੀਵਨ ਦੇ ਵਿੱਚ ਸਿਵਾਏ ਰੋਣੇ ਧੋਣੇ ਤੋਂ ਹੋਰ ਕੁਝ ਨਹੀਂ ਹੋਇਆ ਕਰਦਾ ਹੈ। ਇਹੀ ਸਵਾਲ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਜ਼ੂਰ ਜੋ ਜਹਾਂਗੀਰ ਹੈ ਉਹ ਰੱਖਦਾ ਹੈ। ਉੱਥੇ ਵੀ ਮਹਾਰਾਜ ਜੀ ਨੇ ਸਪਸ਼ਟ ਉੱਤਰ ਦਿੱਤਾ ਸੀ, ਰਾਮ ਕਲੀ ਮਹੱਲਾ ਪੰਜਵਾਂ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ ਕੋਈ ਅਲਾਹੇ। ਕਹਿੰਦੇ ਜਿਹੜਾ ਆਪਣੇ ਧਰਮ ਦੀ ਗਹਿਰਾਈ ਦੇ ਵਿੱਚ ਨਹੀਂ ਨਾ ਜਾਂਦਾ ਹੈ, ਉਹੀ ਦੂਸਰੇ ਦੇ ਧਰਮ ਦੀ ਨਿੰਦਾ ਕਰਦਾ ਹੈ। ਜਿਹੜਾ ਆਪਣੇ ਧਰਮ ਦੇ ਨਾਲ ਪਿਆਰ ਕਰਦਾ ਹੈ, ਬਰੀਕੀ ਦੇ ਵਿੱਚ ਜਾਂਦਾ ਹੈ, ਗਹਿਰਾਈ ਦੇ ਵਿੱਚ ਜਾਂਦਾ ਹੈ, ਉਹ ਕਦੇ ਦੂਸਰੇ ਦੇ ਧਰਮ ਦੀ ਮੁਖਾਲਫਤ ਨਹੀਂ ਕਰੇਗਾ, ਨਿੰਦਾ ਨਹੀਂ ਕਰੇਗਾ। ਕੋਈ ਨਹਾਵੇ ਤੀਰਥ ਕੋਈ ਹਜ ਜਾਏ, ਕੋਈ ਕਰੇ ਪੂਜਾ ਕੋਈ ਸਿਰ ਨਿਵਾਏ, ਕੋਈ ਪੜ੍ਹੇ ਵੇਦ ਕੋਈ ਕਤੇਬ, ਕੋਈ ਓਡੇ ਨੀਲ ਕੋਈ ਸਫੇਦ, ਕੋਈ ਕਹੈ ਤੁਰਕ ਕੋਈ ਕਹੈ ਹਿੰਦੂ, ਕੋਈ ਬਾਂਸ਼ੈ ਪਿਸਤ ਕੋਈ ਸੁਰਗਿੰਦੂ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ।
ਜਿਨ੍ਹਾਂ ਨੇ ਹੁਕਮ ਪਹਿਚਾਨ ਲਿਆ, ਹੁਕਮ ਕੀ ਹੈ? ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ 부ਝਾਏ ਜੀਓ। ਨਾਮ ਜਪਣ ਦਾ ਹੁਕਮ ਹੈ। ਇਹੀ ਸਵਾਲ ਧੰਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰ ਆਗਰੇ ਵਿਖੇ ਜਿਹੜਾ ਕਾਜੀ ਸੀ ਉਹ ਕਰਦਾ ਹੈ। ਕਿਹੜਾ ਧਰਮ ਖੂਬ, ਤੁਹਾਡਾ ਖੂਬ ਕਿ ਸਾਡਾ ਖੂਬ? ਮਹਾਰਾਜ ਆਖਣ ਲਗੇ, ਹਮਕੋ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ। ਧਰਮ ਕੋਈ ਵੀ ਮਾੜਾ ਨਹੀਂ ਹੈ, ਬਸ ਉਹਦੇ ਉੱਪਰ ਚੱਲਣ ਦੀ ਜ਼ਰੂਰਤ ਹੋਇਆ ਕਰਦੀ ਹੈ। ਵਾਹਿਗੁਰੂ ਨਾਮ, ਪਰਮੇਸ਼ਰ ਦਾ ਨਾਮ ਕਿਵੇਂ ਡਿੱਗਿਆਂ ਢੱਠਿਆਂ ਨੂੰ ਸਹਾਰਾ ਦਿੰਦਾ ਹੈ, ਕਿਵੇਂ ਚਿੰਤਾਵਾਂ ਨੂੰ ਦੂਰ ਕਰਦਾ ਹੈ, ਕਿਵੇਂ ਨਿਆਸਰਿਆਂ ਨੂੰ ਆਸਰਾ ਦਿੰਦਾ ਹੈ। ਸਤਿਗੁਰੂ ਜੀ ਨੇ ਬਹੁਤ ਸਾਰੀਆਂ ਥਾਵਾਂ 'ਤੇ ਇਹਦਾ ਵਿਸਥਾਰ ਕੀਤਾ ਹੋਇਆ ਹੈ। ਮਾਲੀ ਗੌੜਾ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਹੈ। ਮਾਲੀ ਗੌੜਾ ਮਹੱਲਾ ਪੰਜਵਾਂ। ਐਸੋ ਸਹਾਈ ਹਰਿ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਕਹਿੰਦੇ ਵਾਹਿਗੁਰੂ ਦਾ ਨਾਮ, ਪਰਮੇਸ਼ਰ ਦਾ ਨਾਮ ਬੰਦੇ ਦੀ ਇਸ ਤਰ੍ਹਾਂ ਸਹਾਇਤਾ ਕਰਦਾ ਹੈ। ਤੁਹਾਨੂੰ ਕਹਿੰਦੇ ਵਿਸਥਾਰ ਦੇ ਨਾਲ ਦੱਸਦੇ ਹਾਂ। ਬੂਟਤ ਕੋ ਜੈਸੇ ਬੇੜੀ ਮਿਲਤ। ਜਿਵੇਂ ਕਹਿੰਦੇ ਬੰਦਾ ਕੋਈ ਡੁੱਬ ਰਿਹਾ ਹੋਵੇ, ਗੋਤੇ ਖਾ ਰਿਹਾ ਹੋਵੇ ਨਾ, ਉਹਨੂੰ ਬੇੜੀ ਮਿਲ ਜਾਵੇ, ਉਹ ਬੇੜੀ ਦੇ ਵਿੱਚ ਚੜ੍ਹ ਜਾਵੇ, ਸੁਖੀ ਹੋ ਜਾਂਦਾ ਹੈ। ਇਸੇ ਤਰ੍ਹਾਂ ਜੀਵ ਸੰਸਾਰ ਦੇ ਵਿੱਚ ਔਗਣਾਂ ਦੇ ਵਿੱਚ ਗੋਤੇ ਖਾਂਦਾ ਰਹਿੰਦਾ ਹੈ। ਸੰਸਾਰ ਸਮੁੰਦਰ ਦੇ ਵਿੱਚ ਕਾਮ ਕ੍ਰੋਧ ਦੀਆਂ ਲਹਿਰਾਂ ਜਿਹੜੀਆਂ ਹਨ, ਇਹਨੂੰ ਡੋਬਦੀਆਂ ਰਹਿੰਦੀਆਂ ਹਨ। ਜਿਹੜਾ ਨਾਮ ਦਾ ਸਹਾਰਾ ਲੈ ਲੈਂਦਾ ਹੈ, ਜਿਹੜਾ ਨਾਮ ਜਪਣ ਲੱਗ ਪੈਂਦਾ ਹੈ, ਸਮਝ ਲਓ ਵੀ ਡੁੱਬਦੇ ਹੋਏ ਨੂੰ ਬੇੜੀ ਮਿਲ ਗਈ ਹੈ, ਸੁਖੀ ਹੋ ਜਾਵੇਗਾ। ਬੂਝਤ ਦੀਪਕ ਮਿਲਤ ਤਿਲਤ। ਜਿਵੇਂ ਕਹਿੰਦੇ ਬੁਝਦਾ ਹੋਇਆ ਦੀਵਾ ਹੋਵੇ ਤਾਂ ਉਹਨੂੰ ਤੇਲ ਮਿਲ ਜਾਵੇ, ਫਿਰ ਉਹ ਬੁਝਦਾ ਨਹੀਂ ਹੈ, ਫਿਰ ਜਲਦਾ ਰਹਿੰਦਾ ਹੈ। ਜਲਤ ਅਗਨੀ ਮਿਲਤ ਨੀਰ। ਅੱਗ ਦੇ ਵਿੱਚ ਸੜਦੇ ਹੋਏ ਨੂੰ ਪਾਣੀ ਮਿਲ ਜਾਵੇ। ਜੈਸੇ ਬਾਰਿਕ ਮੁਖੈ ਖੀਰ। ਜਿਵੇਂ ਭੁੱਖ ਦੇ ਨਾਲ ਵਿਲਕਦੇ ਹੋਏ ਬੱਚੇ ਨੂੰ ਮਾਂ ਦਾ ਦੁੱਧ ਮਿਲ ਜਾਵੇ, ਉਹ ਸੁਖੀ ਹੋ ਜਾਂਦਾ ਹੈ, ਉਹਨੂੰ ਚੈਨ ਆ ਜਾਂਦਾ ਹੈ। ਜੈਸੇ ਰਣ ਮੈਂ ਸਖਾ ਭਰਾਤ। ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਭਰਾ ਸਹਾਇਤਾ ਕਰ ਦਵੇ। ਜੈਸੇ ਭੁੱਖੇ ਭੋਜਨ ਮਾਤ। ਜਿਵੇਂ ਭੁੱਖੇ ਬੰਦੇ ਨੂੰ ਭੋਜਨ ਮਿਲ ਜਾਵੇ, ਉਹ ਤ੍ਰਿਪਤ ਹੋ ਜਾਂਦਾ ਹੈ। ਜੈਸੇ ਕਿਰਖੈ ਬਰਸ ਮੇਘ। ਜਿਸ ਤਰ੍ਹਾਂ ਕਹਿੰਦੇ ਸੁੱਕਦੀ ਹੋਈ ਖੇਤੀ ਨੂੰ ਬਾਰਿਸ਼ ਮਿਲ ਜਾਵੇ, ਜਲ ਮਿਲ ਜਾਵੇ। ਖੇਤੀ ਕੀ ਸਾਰੇ ਜੀਵ ਜੰਤੂ ਹੀ ਸੁਖੀ ਹੋ ਜਾਂਦੇ ਹਨ। ਮਹਾਰਾਜ ਨੇ ਦੱਸਿਆ ਹੈ ਨਾ ਗੁਰਬਾਣੀ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਕਿੰਨੀ ਗਰਮੀ ਪਈ, ਲੋਕ ਹਾਹਾਕਾਰ ਕਰ ਰਹੇ ਸਨ। ਨਾ ਕੋਈ ਪੱਖਾ ਕੰਮ ਕਰਦਾ ਸੀ, ਨਾ ਕੂਲਰ, ਨਾ ਏਸੀ, ਸਾਰੇ ਫੇਲ ਸਨ। ਜਦ ਮਾਲਕ ਨੇ ਏਸੀ ਛੱਡਿਆ, ਸਾਰੇ ਸੁਖੀ ਹੋ ਗਏ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਨਾਮ ਦੇ ਨਾਲ ਬੰਦਾ ਸੁਖੀ ਹੋ ਜਾਂਦਾ ਹੈ। ਗੱਲ ਇਹ ਵੀ ਕੋਈ ਇਹ ਨਾਮ ਦੀ ਕਮਾਈ ਕਰੇ, ਇਹਦਾ ਅਭਿਆਸ ਕਰੇ, ਨਾਮ ਜਪੇ, ਤਾਂ ਹੋ ਸਕਦਾ ਹੈ, ਗੱਲਾਂ ਦੇ ਨਾਲ ਨਹੀਂ। ਜੈਸੇ ਕਿਰਖੈ ਬਰਸ ਮੇਘ। ਜੈਸੇ ਪਾਲਨ ਸ਼ਰਨ ਸੇਂਗ। ਜਿਵੇਂ ਸ਼ੇਰ ਦੀ ਸ਼ਰਨ ਦੇ ਵਿੱਚ ਪੈ ਕੇ ਸਾਰੇ ਡਰ ਮੁੱਕ ਜਾਂਦੇ ਹਨ ਜੀਵ ਦੇ। ਗਰੜ ਮੁਖ ਨਹੀਂ ਸਰਪ ਤਰਾਸ। ਜਿਵੇਂ ਕਹਿੰਦੇ ਮੁਖ ਦੇ ਵਿੱਚ ਗਾਰੜੂ ਮੰਤਰ ਹੋਵੇ, ਫਿਰ ਸੱਪ ਜਿਹੜਾ ਹੈ ਉਹਦਾ ਡੰਗ ਨਹੀਂ, ਉਹਦਾ ਜ਼ਹਿਰ ਨਹੀਂ ਚੜ੍ਹਦਾ ਹੈ। ਇਸੇ ਤਰ੍ਹਾਂ ਮੋਹ ਮਾਇਆ ਦਾ ਜ਼ਹਿਰ ਜਿਹੜਾ ਹੈ ਨਾ, ਉਹ ਬੰਦੇ ਨੂੰ ਚੜ੍ਹਦਾ ਨਹੀਂ ਹੈ, ਜੇਕਰ ਮੁਖ ਦੇ ਵਿੱਚ ਪਰਮਾਤਮਾ ਦਾ ਨਾਮ ਹੋਵੇ ਤਾਂ। ਮਹਾਰਾਜ ਨੇ ਦੱਸਿਆ ਹੈ ਨਾ, ਇੱਕ ਜਗ੍ਹਾ ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ।
इसकी सेवा जो करे तिस ही को फिर खाए। ਮਹਾਰਾਜ ਕਹਿੰਦੇ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ। ਜਿਨ੍ਹਾਂ ਗੁਰਮੁਖਾਂ ਦੇ ਮੁਖ ਦੇ ਵਿੱਚ ਗਾਰੜੂ ਪਰਮੇਸ਼ਰ ਦਾ ਨਾਮ ਹੁੰਦਾ ਹੈ ਨਾ, ਉਹ ਆਪਣੇ ਪੈਰਾਂ ਦੇ ਨਾਲ ਇਹਨੂੰ ਲਾ ਲੈਂਦੇ ਹਨ, ਉਹਨਾਂ ਤੇ ਇਹਦਾ ਜ਼ੋਰ ਨਹੀਂ ਚੱਲਦਾ ਹੈ। ਗਰੜ ਮੁਖ ਨਹੀਂ ਸਰਪ ਤਰਾਸ, ਸੂਆ ਪਿੰਜਰ ਨਹੀਂ ਖਾਏ ਬਿਲਾਸ। ਜਿਵੇਂ ਪਿੰਜਰੇ ਦੇ ਵਿੱਚ ਤੋਤਾ ਹੋਵੇ, ਉਹਨੂੰ ਫਿਰ ਹੋਰ ਜਾਨਵਰਾਂ ਤੋਂ ਖਤਰਾ ਉਹਦਾ ਮੁੱਕ ਜਾਂਦਾ ਹੈ। ਪਰਮੇਸ਼ਰ ਦਾ ਨਾਮ ਇੱਕ ਪਿੰਜਰਾ ਹੈ ਤਾਂ ਔਖਾ ਪਰਮੇਸ਼ਰ ਦਾ ਨਾਮ ਜਪਣਾ, ਪਰ ਜਿਹੜੇ ਜਪਦੇ ਹਨ ਸਮਝ ਲਓ ਉਹ ਪਿੰਜਰੇ ਦੇ ਵਿੱਚ ਪੈ ਗਏ ਹਨ, ਉਹਨਾਂ ਦੇ ਸਾਰੇ ਡਰ ਮੁੱਕ ਜਾਂਦੇ ਹਨ। ਸੂਆ ਪਿੰਜਰ ਨਹੀਂ ਖਾਏ ਬਿਲਾਸ, ਜੈਸੋ ਆਂਡੋ ਹਿਰਦੇ ਮਾਹੇ। ਜਿਵੇਂ ਕਹਿੰਦੇ ਸਾਏ ਬੇਰੀਆ ਆਦਿਕ ਤੋਂ ਕੂੰਜਾਂ ਆ ਜਾਂਦੀਆਂ ਹਨ, ਉਹਨਾਂ ਦੇ ਬੱਚਿਆਂ ਦੀ ਪ੍ਰਤਪਾਲਣਾ ਉਹਨਾਂ ਦੇ ਧਿਆਨ ਦੇ ਨਾਲ ਹੁੰਦੀ ਹੈ, ਸੁਰਤ ਦੇ ਨਾਲ ਹੁੰਦੀ ਹੈ, ਆਂਡਿਆਂ ਦੀ। ਇਸੇ ਤਰ੍ਹਾਂ ਕਹਿੰਦੇ ਪਰਮੇਸ਼ਰ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਝੋਲਾ। ਜੈਸੋ ਦਾਨੋ ਚੱਕੀ ਦਰਾਹੇ। ਜਿਵੇਂ ਕਹਿੰਦੇ ਚੱਕੀ ਦੇ ਵਿੱਚ ਸਾਰੇ ਦਾਣੇ ਪੀਸੇ ਜਾਂਦੇ ਹਨ, ਪਰ ਜਿਹੜਾ ਕਿੱਲੀ ਦੇ ਨਾਲ ਲੱਗ ਜਾਂਦਾ ਹੈ ਉਹ ਬਚ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਚੱਕੀ ਤਾਂ ਚੱਲ ਰਹੀ ਹੈ ਸੰਸਾਰ ਦੇ ਵਿੱਚ, ਸਾਰੇ ਪੀਸੇ ਜਾ ਰਹੇ ਹਨ, ਪਰ ਜਿਹੜੇ ਨਾਮ ਦੀ ਓਟ ਲੈ ਲੈਂਦੇ ਹਨ, ਜਿਹੜੇ ਨਾਮ ਦਾ ਸਹਾਰਾ ਲੈ ਲੈਂਦੇ ਹਨ, ਜਿਹੜੇ ਨਾਮ ਦਾ ਆਸਰਾ ਲੈ ਲੈਂਦੇ ਹਨ, ਉਹ ਫਿਰ ਬਚ ਜਾਂਦੇ ਹਨ, ਉਹ ਨਹੀਂ ਪੀਸੇ ਜਾਂਦੇ ਹਨ। ਸਾਰੇ ਸ਼ਬਦ ਤੋਂ ਬਾਅਦ ਵਿੱਚ ਮਹਾਰਾਜ ਜੀ ਫਰਮਾਉਂਦੇ ਹਨ, ਬਹੁਤ ਉਪਮਾ ਥੋਰ ਕਹੀ, ਹਰ ਅਗਮ ਅਗਮ ਅਗਾਧ ਤੁਹੀਂ। ਹੇ ਵਾਹਿਗੁਰੂ ਜੀ, ਨਾਮ ਦੀ ਉਪਮਾ ਬਹੁਤ ਵੱਡੀ ਹੈ, ਪਰੇ ਤੋਂ ਪਰੇ ਹੈ, ਇਹਦੇ ਪੂਰਨ ਰੂਪ ਦੇ ਵਿੱਚ ਵਿਸਥਾਰ ਨਹੀਂ ਕੀਤਾ ਜਾ ਸਕਦਾ ਹੈ। ਮੈਂ ਤਾਂ ਤਨਕ ਮਾਤਰ ਹੀ ਕਹੀ ਹੈ, ਥੋੜੀ ਜਿਹੀ ਹੀ ਕਹੀ ਹੈ। ਇਸ ਕਰਕੇ ਸਾਧ ਸੰਗਤ ਜੀ, ਪਰਮੇਸ਼ਰ ਦੇ ਨਾਮ ਦੇ ਵਿੱਚ ਸਾਰੀਆਂ ਹੀ ਵਡਿਆਈਆਂ ਹਨ। ਭਾਵੇਂ ਕੋਈ ਸੰਸਾਰ ਦਾ ਕਾਰਜ ਹੈ, ਭਾਵੇਂ ਕੋਈ ਅਧਿਆਤਮਕ ਕਾਰਜ ਹੈ, ਜਿੱਥੇ ਆਪਾਂ ਹੋਰ ਤਰ੍ਹਾਂ ਤਰ੍ਹਾਂ ਦੇ ਵਸੀਲੇ ਜਟਾਉਨੇ ਹਾਂ, ਉੱਥੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਕੇ ਦੇਖਣੀ ਚਾਹੀਦੀ ਹੈ। ਇਹ ਵੀ ਤਜਰਬਾ ਜਿਹੜਾ ਹੈ ਜੀਵਨ ਦੇ ਵਿੱਚ ਇੱਕ ਵਾਰੀ ਕਰਕੇ ਵੇਖ ਲੈਣਾ ਚਾਹੀਦਾ ਹੈ। ਇਹਦਾ ਕਿੰਨਾ ਫਲ ਹੈ, ਕਿੰਨੀਆਂ ਬਰਕਤਾਂ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਧਰੂ ਜੀ ਦਾ ਪ੍ਰਸੰਗ ਆਉਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਡੱਡੋ ਲਿਕਾ ਮਾਂ ਪੁੱਛੈ, ਤੂੰ ਸਾਵਾਣੀ ਹੈ ਕਿ ਸੁਰੀਤਾ। ਸਾਵਾਣੀ ਹਾਂ ਜਗਤ ਦੀ, ਨਾਮ ਨ ਭਗਤੀ ਕਰਮ ਦ੍ਰਿੜੀਤਾ। ਧਰੂ ਜੀ ਨੇ ਪੁੱਛਿਆ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਕਹਿੰਦੇ ਕਿਹੜੇ ਤਰੀਕੇ ਦੇ ਨਾਲ ਕਹਿੰਦੇ ਮੈਨੂੰ ਖੁੱਸਿਆ ਹੋਇਆ ਰਾਜ ਮਿਲ ਜਾਵੇ, ਮੇਰੇ ਦੁਸ਼ਮਣ ਜਿਹੜੇ ਹਨ ਉਹ ਮੇਰੇ ਮਿੱਤਰ ਬਣ ਜਾਣ, ਸਾਰੇ ਕੰਮ ਮੇਰੇ ਸਿੱਧੇ ਹੋ ਜਾਣ। ਕਿਹੜਾ ਬੰਦਾ ਨਹੀਂ ਚਾਹੁੰਦਾ ਮੇਰੇ ਕੰਮ ਸਿੱਧੇ ਨਾ ਹੋਣ। ਆਪਾਂ ਰੋਜ਼ ਹੀ ਆਖਦੇ ਹਾਂ ਮੇਰਾ ਫਲਾਣਾ ਕੰਮ ਅੜਿਆ ਹੈ, ਉਹ ਨਿਕਲ ਜਾਵੇ, ਫਲਾਣੀ ਉਲਝਣ ਮੇਰੀ ਦੂਰ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਐ ਬੰਦਿਆ, ਤੇਰੀਆਂ ਸਾਰੀਆਂ ਉਲਝਣਾਂ ਨਿਕਲ ਜਾਣਗੀਆਂ, ਤੇਰੇ ਸਾਰੇ ਕੰਮ ਸਿੱਧੇ ਹੋ ਜਾਣਗੇ, ਪਰ ਇੱਕ ਕੰਮ ਕਰਕੇ ਦੇਖ, ਪਰਮੇਸ਼ਰ ਦੇ ਨਾਮ ਦੀ ਕਮਾਈ ਕਰਕੇ ਦੇਖ, ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਕੇ ਦੇਖ। ਉਹਨੇ ਆਖਿਆ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਸਿਆਣੀ ਮਾਂ ਨੇ ਆਖਿਆ, ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਤ ਪੁਨੀਤਾ। ਕਹਿੰਦੇ ਬੇਟਾ ਪਰਮੇਸ਼ਰ ਦੇ ਨਾਮ ਦੀ ਕਮਾਈ ਕਰ, ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹਨ, ਸਾਰੇ ਕੰਮ ਸੁਖੱਲੇ ਹੋ ਜਾਂਦੇ ਹਨ, ਆਸਾਨ ਹੋ ਜਾਂਦੇ ਹਨ। ਉਸ ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਬਾਰੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਮਹਿਮਾ ਦੇ ਮਾਲਕ ਜਿਵੇਂ ਜਿਵੇਂ ਆਪਾਂ ਨੂੰ ਸਮਝਾ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ
ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋਰਠ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ। ਹਰ ਜੀਓ ਤੁਧਨੋ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਹੇ ਹਰ ਜੀਓ ਵਾਹਿਗੁਰੂ ਜੀਓ, ਮੈਂ ਸਦਾ ਵਾਸਤੇ ਹੀ ਤੁਹਾਨੂੰ ਧਿਆਉਂਦਾ ਰਵਾਂ, ਤੁਹਾਡਾ ਸਿਮਰਨ ਕਰਦਾ ਰਵਾਂ, ਤੁਹਾਡਾ ਚਿੰਤਨ ਕਰਦਾ ਰਵਾਂ। ਕਿਤਨਾ ਚਿਰ ਕਰਦਾ ਰਵਾਂ? ਮਹਾਰਾਜ ਜੀ ਜਿਗਿਆਸੂ ਰੂਪ ਹੋ ਕੇ ਸਾਨੂੰ ਸਮਝਾ ਰਹੇ ਹਨ, ਕਿਉਂਕਿ ਆਪ ਤਾਂ ਪਰਮੇਸ਼ਰ ਹਨ। ਭੱਟ ਸਾਹਿਬਾਨਾਂ ਨੇ ਬਚਨ ਲਿਖੇ ਹਨ ਗੁਰ ਅਮਰਦਾਸ ਜੀ ਦੇ ਪਰਥਾਏ, ਆਪ ਨਰਾਇਣ ਕਲਾ ਧਾਰ ਜਗ ਅੰਤਰ ਕਰਿਓ। ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਜੀ ਪਰਮੇਸ਼ਰ ਹਨ, ਪਰਮੇਸ਼ਰ ਨੇ ਹੀ ਤਨ ਧਾਰਿਆ ਹੈ, ਸਰੂਪ ਧਾਰਿਆ ਹੈ। ਸਾਨੂੰ ਸਮਝਾ ਰਹੇ ਹਨ, ਕਹਿੰਦੇ ਜਿੰਨਾ ਚਿਰ ਤੱਕ ਸਰੀਰ ਹੈ, ਸਰੀਰ ਦੇ ਵਿੱਚ ਸਵਾਸ ਹਨ, ਉਹਨਾਂ ਚਿਰ ਤੱਕ ਹੇ ਵਾਹਿਗੁਰੂ ਜੀ ਮੈਂ ਤੁਹਾਡਾ ਸਿਮਰਨ ਕਰਦਾ ਰਹਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ 50। ਹੇ ਸੁਆਮੀ ਮਾਲਕ ਵਾਹਿਗੁਰੂ ਜੀ, ਇੱਕ ਪਲ ਵਾਸਤੇ ਵੀ ਜੇਕਰ ਮੈਂ ਵਿਸਰ ਜਾਂਦਾ ਹਾਂ, ਹੇ ਵਾਹਿਗੁਰੂ ਜੀ ਮੈਂ ਤੁਹਾਨੂੰ ਭੁਲਾ ਦਿੰਦਾ ਹਾਂ। ਇੱਕ ਛਿਨ ਵਾਸਤੇ ਵੀ ਜੇ ਤੁਸੀਂ ਵਿਸਰਦੇ ਹੋ, ਭੁੱਲਦੇ ਹੋ, ਤਾਂ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕਹਿੰਦੇ 50 ਸਾਲ ਹੋ ਗਏ ਹਨ। ਇੰਨੀ ਪੀੜਾ ਦੇ ਵਿੱਚ ਦੀ, ਇੰਨੇ ਦੁੱਖ ਦੇ ਵਿੱਚ ਦੀ ਮੈਨੂੰ ਲੰਘਣਾ ਪੈਂਦਾ ਹੈ। ਇਸ ਕਰਕੇ ਇੱਕ ਛਿਨ ਵਾਸਤੇ ਵੀ ਮੈਂ ਵਿਸਰਾਂ ਨਾ, ਐਸੀ ਕਿਰਪਾ ਬਣਾ ਕੇ ਰੱਖੋ। ਹਮੇਸ਼ਾ ਸਵਾਸ ਸਵਾਸ ਤੁਹਾਡਾ ਨਾਮ ਜਪਦਾ ਰਵਾਂ, ਤੁਹਾਡਾ ਸਿਮਰਨ ਕਰਦਾ ਰਹਾਂ ਜੀ। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪਰਗਾਸਾ। ਹੇ ਭਾਈ, ਅਸੀਂ ਮੂੜ ਹਾਂ, ਮੁਗਧ ਹਾਂ, ਮਹਾ ਮੂਰਖ ਹਾਂ। ਗੁਰੂ ਦੇ ਸ਼ਬਦ ਦੁਆਰਾ ਕਹਿੰਦੇ ਆਤਮਿਕ ਚਾਨਣਾ ਹੋ ਜਾਂਦਾ ਹੈ। ਹਰ ਜੀਓ ਤੁਮ ਆਪੇ ਦੇਹੋ 부ਝਾਈ। ਹੇ ਵਾਹਿਗੁਰੂ ਜੀਓ, ਤੁਸੀਂ ਆਪ ਹੀ ਅਸਲ ਜੀਵਨ ਦੀ ਸੋਝੀ ਦੇਣ ਵਾਲੇ ਹੋ, ਨਾਮ ਦੀ ਪ੍ਰੇਰਣਾ ਦੇਣ ਵਾਲੇ ਹੋ, ਨਾਮ ਜਪਾਉਣ ਵਾਲੇ ਹੋ ਜੀ। ਹਰ ਜੀਓ ਤੁਧ ਵਿਟੋ ਵਾਰਿਆ ਸਾਧਹੀ, ਤੇਰੇ ਨਾਮ ਵਿਟੋ ਬਲ ਜਾਈ। ਹੇ ਵਾਹਿਗੁਰੂ ਜੀ, ਇੱਕ ਤਾਂ ਮੈਂ ਤੁਹਾਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜੋ ਤੁਸੀਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੋ, ਅਨੰਤ ਸ਼ਕਤੀਆਂ ਦੇ ਮਾਲਕ ਹੋ। ਔਰ ਦੂਸਰਾ ਕਹਿੰਦੇ ਤੁਹਾਡੇ ਨਾਮ ਤੋਂ ਵੀ ਮੈਂ ਵਾਰਨੇ ਜਾਂਦਾ ਹਾਂ, ਬਲਹਾਰਨੇ ਜਾਂਦਾ ਹਾਂ ਜੀ। ਰਹਾਉ ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ। ਹਮ ਸ਼ਬਦ ਮੂਏ ਸ਼ਬਦ ਮਾਰ ਜੀਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ। ਅਸੀਂ ਜੀਵ ਸ਼ਬਦ ਦੁਆਰਾ ਹੀ ਸੰਸਾਰਕ ਜੀਵਨ ਤੋਂ ਤੁਸੀਂ ਸਾਨੂੰ ਮਾਰਦੇ ਹੋ, ਸ਼ਬਦ ਦੁਆਰਾ ਹੀ ਅਸੀਂ ਮਰਦੇ ਹਾਂ। ਸੰਸਾਰ ਵੱਲੋਂ, ਸੰਸਾਰ ਦੇ ਔਗਣਾਂ ਵੱਲੋਂ ਅਸੀਂ ਸ਼ਬਦ ਵਾਲੇ ਪਾਸੇ ਤੋਂ ਹੀ, ਸ਼ਬਦ ਦੁਆਰਾ ਹੀ ਮਰਦੇ ਹਾਂ। ਅਤੇ ਕਹਿੰਦੇ ਨਿਰੰਕਾਰ ਵਾਲੇ ਪਾਸੇ ਸ਼ਬਦ ਦੁਆਰਾ ਹੀ ਸਾਨੂੰ ਆਤਮਿਕ ਜੀਵਨ ਮਿਲਦਾ ਹੈ। ਸਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਸ਼ਬਦ ਦੁਆਰਾ ਹੀ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਨਿਰਮਲਤਾਈ ਆ ਜਾਂਦੀ ਹੈ, ਪਵਿੱਤਰਤਾਈ ਆ ਜਾਂਦੀ ਹੈ। ਤਨ ਦੇ ਵਿੱਚੋਂ ਮੈਲੇ ਕਰਮ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ। ਮਨ ਦੇ ਵਿੱਚੋਂ ਸ਼ਬਦ ਦੁਆਰਾ ਜਿਹੜੀ ਮੈਲੀ ਵਿਚਾਰ ਹੈ ਉਹ ਦੂਰ ਹੋ ਜਾਂਦੀ ਹੈ। ਸ਼ਬਦ ਜਨਮ ਜਨਮਾਤਰਾਂ ਦੀ ਮੈਲ ਨੂੰ ਧੋ ਦਿੰਦਾ ਹੈ।
ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਸ਼ਬਦ ਦੁਆਰਾ ਹੀ ਕਹਿੰਦੇ ਅੰਦਰੋਂ ਅਸੀਂ ਨਿਰਮਲ ਹੋ ਜਾਂਦੇ ਹਾਂ। ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਸ਼ਬਦ ਹੀ ਗੁਰੂ ਦਾ ਸ਼ਬਦ ਹੀ ਕਹਿੰਦੇ ਦਾਤਾ ਹੈ, ਦਾਤਾਂ ਦੇਣ ਵਾਲਾ ਹੈ। ਜਿਹਦੇ ਮਨ ਦੇ ਵਿੱਚ ਕਹਿੰਦੇ ਜਿਹੜੇ ਇਸ ਨਾਮ ਦੇ ਵਿੱਚ ਸ਼ਬਦ ਦੇ ਵਿੱਚ ਉਪਦੇਸ਼ ਦੇ ਵਿੱਚ ਰੱਤੇ ਜਾਂਦੇ ਹਨ। ਕਿਉਂਕਿ ਸਾਧ ਸੰਗਤ ਜੀ ਗੁਰੂ ਦੇ ਉਪਦੇਸ਼ ਤੋਂ ਬਗੈਰ, ਬਾਣੀ ਤੋਂ ਬਗੈਰ ਜਿਹੜਾ ਨਾਮ ਹੈ ਹਿਰਦੇ ਦੇ ਵਿੱਚ ਵਸਦਾ ਨਹੀਂ ਹੈ। ਗੋਲੀ ਜਿਹੜੀ ਹੈ ਉਹ ਬੰਦੂਕ ਦੇ ਵਿੱਚ ਹੀ ਪਾ ਕੇ ਚਲਾਈ ਜਾਂਦੀ ਹੈ, ਸਿੱਧੀ ਨਹੀਂ ਕਿਸੇ ਨੂੰ ਮਾਰੀ ਜਾ ਸਕਦੀ ਹੈ। ਇਸੇ ਤਰ੍ਹਾਂ ਬਿਨਾਂ ਬਾਣੀ ਪੜ੍ਹਨ ਤੋਂ, ਬਿਨਾਂ ਸ਼ਬਦ ਦੇ ਅਭਿਆਸ ਤੋਂ ਨਾਮ ਅੰਦਰ ਵਸੇਗਾ ਨਹੀਂ। ਭਾਵੇਂ ਜਿੰਨਾ ਮਰਜ਼ੀ ਕੋਈ ਟਿੱਲ ਲਗਾ ਲਵੇ, ਜ਼ੋਰ ਲਗਾ ਲਵੇ, ਸ਼ਬਦ ਦੇ ਨਾਲ ਜੁੜਨਾ ਪਵੇਗਾ, ਬਾਣੀ ਦੇ ਨਾਲ ਜੁੜਨਾ ਪਵੇਗਾ। ਇਸ ਕਰਕੇ ਮਹਾਰਾਜ ਜੀ ਸਮਝਾਉਂਦੇ ਹਨ, ਹਰ ਸਿਉ ਰਹਿਆ ਸਮਾਈ। ਜਿਹੜੇ ਸ਼ਬਦ ਦੇ ਨਾਲ ਜੁੜਦੇ ਹਨ ਉਹ ਵਾਹਿਗੁਰੂ ਦੇ ਵਿੱਚ ਸਮਾਏ ਰਹਿੰਦੇ ਹਨ। ਸ਼ਬਦ ਨ ਜਾਣੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਜਿਹੜੇ ਸ਼ਬਦ ਨੂੰ ਨਹੀਂ ਜਾਣਦੇ ਹਨ, ਗੁਰੂ ਦੇ ਉਪਦੇਸ਼ ਨੂੰ ਨਹੀਂ ਸਮਝਦੇ ਹਨ, ਕਹਿੰਦੇ ਉਸ ਸੰਸਾਰ ਦੇ ਵਿੱਚ ਵਿਚਾਰ ਤੋਂ ਬਗੈਰ ਅੰਨੇ ਹਨ, ਬੋਲੇ ਹਨ। ਔਰ ਕਹਿੰਦੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੋਝੀ ਨਹੀਂ ਹੋਇਆ ਕਰਦੀ ਹੈ। ਹਰ ਰਸ ਨਾ ਪਾਇਆ, ਬਿਰਥਾ ਜਨਮ ਗਵਾਇਆ, ਜੰਮੈ ਹੈ ਵਾਰੋ ਵਾਰਾ। ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੇ ਹਰ ਰਸ ਦੀ ਪ੍ਰਾਪਤੀ ਨਹੀਂ ਕੀਤੀ ਹੈ, ਉਹ ਕਹਿੰਦੇ ਆਪਣਾ ਜੀਵਨ ਵਿਅਰਥ ਗਵਾ ਕੇ ਚਲੇ ਜਾਂਦੇ ਹਨ। ਆਂਦ ਰਸਾ ਜੇਤੇ ਤੈ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਕਹਿੰਦੇ ਇਸ ਤਰ੍ਹਾਂ ਜਿਹੜੇ ਜੀਵ ਸੰਸਾਰ ਦੇ ਵਿੱਚ ਮਨੁੱਖਾ ਜਨਮ ਧਾਰਨ ਕਰਕੇ ਆਉਂਦੇ ਹਨ, ਹਰ ਰਸ ਨੂੰ ਨਹੀਂ ਚੱਖਦੇ ਹਨ। ਇਸ ਤਰ੍ਹਾਂ ਅਜਾਈ ਹੀ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਹਨ। ਉਹ ਜੰਮਦੇ ਰਹਿੰਦੇ ਹਨ, ਮਰਦੇ ਰਹਿੰਦੇ ਹਨ, ਜੰਮਣ ਮਰਨ ਦੇ ਗੇੜ ਦੇ ਵਿੱਚ ਪਏ ਰਹਿੰਦੇ ਹਨ। ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ, ਮਨ ਮੁਖ ਮੁਗਧ ਗੁਬਾਰਾ। ਜਿਸ ਤਰ੍ਹਾਂ ਕਹਿੰਦੇ ਗੰਦਗੀ ਦੇ ਕੀੜੇ ਦਾ ਜਨਮ ਵੀ ਗੰਦਗੀ ਦੇ ਵਿੱਚ ਹੀ ਹੁੰਦਾ ਹੈ, ਉਹਦਾ ਜੀਵਨ ਵੀ ਸਾਰਾ ਗੰਦਗੀ ਵਿੱਚ ਹੀ ਲੰਘਦਾ ਹੈ ਅਤੇ ਉਹਦੀ ਮੌਤ ਵੀ ਗੰਦਗੀ ਵਿੱਚ ਹੀ ਹੁੰਦੀ ਹੈ। ਇਸੇ ਤਰ੍ਹਾਂ ਮਨਮੁਖ ਜੀਵ ਔਗਣਾਦਗੀ ਗੰਦਗੀ ਦੇ ਵਿੱਚ ਹੀ ਸਾਰਾ ਜੀਵਨ ਬਤੀਤ ਕਰਦੇ ਹਨ। ਉਹਨਾਂ ਦੇ ਕੋਲੋਂ ਗੰਦਗੀ ਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ ਹੈ। ਮਨਮੁਖ ਜੀਵ ਜਿਹੜੇ ਹਨ ਉਹ ਕਹਿੰਦੇ ਮੋਹ ਮਾਇਆ ਦੇ ਹਨੇਰੇ ਦੇ ਵਿੱਚ ਭਟਕਦੇ ਰਹਿੰਦੇ ਹਨ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਪਰਮੇਸ਼ਰ ਆਪ ਹੀ ਸਾਰਾ ਕੁਝ ਕਰਨ ਕਰਾਉਣ ਵਾਲਾ ਹੈ, ਆਪ ਹੀ ਸਹੀ ਮਾਰਗ ਤੇ ਪਾਉਣ ਵਾਲਾ ਹੈ, ਆਪ ਹੀ ਵਾਹਿਗੁਰੂ ਪਰਮੇਸ਼ਰ ਬਖਸ਼ਿਸ਼ ਕਰਦਾ ਹੈ। ਉਸ ਤੋਂ ਬਗੈਰ ਹੋਰ ਕੋਈ ਸਮਰੱਥਾ ਵਾਲਾ ਨਹੀਂ ਹੈ। ਜੇ ਕੋਈ ਸਹੀ ਮਾਰਗ ਤੇ ਚੱਲਦਾ ਹੈ ਤਾਂ ਉਹਦੀ ਕਿਰਪਾ ਦੇ ਨਾਲ ਹੀ ਚੱਲਦਾ ਹੈ। ਜੋ ਧੁਰ ਲਿਖਿਆ ਸੋ ਕੋਏ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ। ਕਹਿੰਦੇ ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ। ਕਈ ਐਸੇ ਹਨ ਜਿਹੜੇ ਭਰਮ ਦੇ ਵਿੱਚ ਹੀ ਭੁੱਲੇ ਰਹਿੰਦੇ ਹਨ, ਭਟਕਦੇ ਰਹਿੰਦੇ ਹਨ। ਇੱਕ ਐਸੇ ਹਨ ਜਿਨ੍ਹਾਂ ਨੂੰ ਮਾਲਕ ਕਿਰਪਾ ਕਰਕੇ ਭਗਤੀ ਦੇ ਵਿੱਚ ਜੋੜ ਦਿੰਦਾ ਹੈ। ਇਹ ਪੁਰਬਲੇ ਸੰਸਕਾਰਾਂ ਦੇ ਅਨੁਸਾਰ ਉਹਦੇ ਵੇਗ ਦੇ ਹਿਸਾਬ ਦੇ ਨਾਲ ਚੱਲਦਾ ਹੈ। ਜੇਕਰ ਨੇਕ ਕਰਮ ਕਰੇ, ਪਰਮੇਸ਼ਰ ਦਾ ਨਾਮ ਜਪੇ, ਇਹਦੇ ਮੱਥੇ ਦੇ ਚੰਗੇ ਭਾਗ ਬਣ ਜਾਂਦੇ ਹਨ। ਮਾੜੇ ਕਰਮਾਂ ਦਾ ਵੇਗ ਜਿਹੜਾ ਹੈ ਉਹ ਥੰਮ ਜਾਂਦਾ ਹੈ। ਵਰਨਾ ਬੰਦਾ ਮਾੜਾ ਕਰਮ ਨਾ ਵੀ ਕਰਨਾ ਚਾਹਵੇ ਤਾਂ ਪੁਰਾਤਨ ਕਰਮਾਂ ਦਾ ਵੇਗ ਜਿਹੜਾ ਹੈ ਉਹਦੇ ਅਨੁਸਾਰ ਉਹ ਉਹਨਾਂ ਨੂੰ ਧੱਕ ਕੇ ਫਿਰ ਮਾੜੇ ਕਰਮਾਂ ਵਾਲੇ ਪਾਸੇ ਲੈ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਸਮਝਾਉਂਦੇ ਹਨ
ਜੋ ਤੁਰ ਲਿਖਿਆ, ਜੋ ਵਾਹਿਗੁਰੂ ਜੀ ਨੇ ਲਿਖ ਦਿੱਤਾ ਮਨੁੱਖ ਦੇ ਕਰਮਾਂ ਦੇ ਹਿਸਾਬ ਦੇ ਨਾਲ, ਉਸੇ ਅਨੁਸਾਰ ਹੀ ਜੀਵ ਕਰਮ ਕਰਦਾ ਹੈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨ ਦੂਜਾ ਕੋਈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਮੋਹਰ ਛਾਪ ਹੇਠ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ ਹਨ ਵੀ ਕਰਨ ਕਰਾਉਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ, ਪਰ ਕਰਦਾ ਉਹ ਮਨੁੱਖ ਦੇ ਕਰਮਾਂ ਦੇ ਹਿਸਾਬ ਦੇ ਨਾਲ ਹੀ ਹੈ। ਵਿਦਵਾਨ ਰਸਕ ਪੁਰਸ਼ਾਂ ਦੇ ਬਚਨ ਹਨ, ਇੱਕ ਕਰਮਾਂ ਦਾ ਖਾਤਾ ਹੁੰਦਾ ਹੈ, ਇੱਕ ਬਖਸ਼ਿਸ਼ ਦਾ ਖਾਤਾ ਹੁੰਦਾ ਹੈ। ਜਾਂ ਤਾਂ ਮਾਲਕ ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਮਨੁੱਖ ਦੇ ਕਰਮਾਂ ਨੂੰ ਵਿਚਾਰੇ ਹੀ ਨਾ। ਲੇਖੈ ਕਤੈ ਨਾ ਛੋਟੀਐ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜਿਹੜੇ ਚੰਗੇ ਕਰਮ ਕਰਦੇ ਹਨ ਉਹਨਾਂ ਨੂੰ ਉਹਦਾ ਫਲ ਸੁੱਖ ਮਿਲ ਜਾਂਦਾ ਹੈ, ਮਾੜੇ ਕਰਮਾਂ ਦਾ ਫਲ ਦੁੱਖ ਮਿਲ ਜਾਂਦਾ ਹੈ। ਜਿਨ੍ਹਾਂ ਤੇ ਮਾਲਕ ਰਹਿਮਤ ਕਰਦੇ ਹਨ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਗਾ ਲੈਂਦੇ ਹਨ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਪਾਵਨ ਪਵਿੱਤਰ ਹੁਕਮਨਾਮਾ ਹੈ ਉਸ ਦੀ ਵਿਚਾਰ ਦੇ ਨਾਲ ਵੀ ਜੁੜਨਾ ਕਰੀਏ ਜੀ। ਸ਼ਲੋਕ ਜਲਨ 부ਜੀ ਸੀਤਲ ਭਏ, ਮਨ ਤਨ ਉਪਜੀ ਸ਼ਾਂਤ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰੁੱਤਾਂ ਦੁਆਰਾ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਪਿੱਛੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਸੰਤ ਰੁੱਤ ਦਾ ਜ਼ਿਕਰ ਕੀਤਾ ਹੈ, ਗਰੀਖਮ ਰੁੱਤ ਦਾ ਜ਼ਿਕਰ ਕੀਤਾ ਹੈ, ਸਰਦ ਰੁੱਤ ਦਾ ਜ਼ਿਕਰ ਕੀਤਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੀ ਰੁੱਤ ਦਾ ਜ਼ਿਕਰ ਕਰ ਰਹੇ ਹਨ। ਸਤਿਗੁਰੂ ਜੀ ਸਮਝਾ ਰਹੇ ਹਨ, ਇਹ ਜਿਹੜੀ ਰੁੱਤ ਹੈ, ਰੁੱਤ ਸਿਸਿਅਰ ਸੀਤਲ ਹਰ ਪ੍ਰਗਟੇ ਮੰਗਰ ਪੋਹੇ ਜੀਆ। ਸਿਸਿਅਰ ਤੋਂ ਭਾਵ ਹੈ ਕਿ ਜਿਹੜੀ ਪੱਤ ਝੜਦੀ ਰੁੱਤ ਹੈ, ਉਸ ਦਾ ਮਹਾਰਾਜ ਜੀ ਜ਼ਿਕਰ ਕਰਦੇ ਹਨ। ਆਰੰਭ ਦੇ ਵਿੱਚ ਸ਼ਲੋਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਜਲਨ 부ਜੀ ਸੀਤਲ ਭਏ। ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਜਲਨ ਹੈ ਉਹ ਬੁਝ ਜਾਂਦੀ ਹੈ, ਜੀਵਨ ਦੇ ਵਿੱਚ ਸੀਤਲਤਾਈ ਆ ਜਾਂਦੀ ਹੈ, ਠੰਡ ਵਰਤ ਜਾਂਦੀ ਹੈ, ਮਨ ਦੇ ਵਿੱਚ ਤਨ ਦੇ ਵਿੱਚ ਸ਼ਾਂਤੀ ਵਰਤ ਜਾਂਦੀ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਇਸ ਸ਼ਬਦ ਦੇ ਵਿੱਚ ਤ੍ਰਿਸ਼ਨਾ ਦੀ ਅਗਨ ਦਾ ਜ਼ਿਕਰ ਕੀਤਾ ਗਿਆ ਹੈ। ਅਰੇ ਬੁਝਦੀ ਹੈ ਪਰਮੇਸ਼ਰ ਦੇ ਨਾਮ ਦੁਆਰਾ। ਵਰਨਾ ਜਿਵੇਂ ਇਹਦੀ ਤਸ਼ਬੀਹ ਦਿੱਤੀ ਗਈ ਹੈ ਅੱਗ ਦੇ ਨਾਲ, ਜਿਸ ਤਰ੍ਹਾਂ ਅੱਗ ਦੇ ਵਿੱਚ ਜਿੰਨਾ ਜਿੰਨਾ ਬਾਲਣ ਪਾਈਏ ਅੱਗ ਹੋਰ ਭੜਕਦੀ ਹੈ, ਅੱਗ ਬੁਝਦੀ ਨਹੀਂ ਹੈ। ਇਸੇ ਤਰ੍ਹਾਂ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ, ਜਿੰਨੇ ਮਰਜ਼ੀ ਮਨੁੱਖ ਨੂੰ ਪਦਾਰਥ ਮਿਲਦੇ ਜਾਣ ਮਿਲਦੇ ਜਾਣ ਮਿਲਦੇ ਜਾਣ, ਇਹਨੂੰ ਕਦੇ ਸਬਰ ਨਹੀਂ ਆਉਂਦਾ ਹੈ, ਇਹਦੀ ਤ੍ਰਿਸ਼ਨਾ ਬੁਝਦੀ ਨਹੀਂ ਹੈ। ਬੰਦਾ ਕਹਿੰਦਾ ਹੋਰ ਮਿਲਣੇ ਚਾਹੀਦੇ ਹਨ, ਹੋਰ ਮਿਲਣੇ ਚਾਹੀਦੇ ਹਨ। ਇਹ ਕਿਵੇਂ ਬੁਝਦੀ ਹੈ? ਮਹਾਰਾਜ ਕਹਿੰਦੇ ਇਹ ਕੇਵਲ ਪਰਮੇਸ਼ਰ ਦੇ ਨਾਮ ਦੁਆਰਾ ਬੁਝਦੀ ਹੈ। ਜਿਵੇਂ ਸੰਪਰਦਾਇ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਹੈ ਵੀ ਇੱਕ ਵਿਅਕਤੀ ਨੇ ਆਪਣੇ ਇਸ਼ਟ ਨੂੰ ਅਰਾਧਿਆ। ਉਹਨੇ ਆਖਿਆ ਵੀ ਕੁਝ ਧਨ ਦੌਲਤ ਮੈਨੂੰ ਮਿਲ ਜਾਵੇ। ਉਹਦੇ ਇਸ਼ਟ ਨੇ ਆਖਿਆ ਵੀ ਇੰਨੀ ਕੋਹ ਤੇ ਜਾ ਕੇ ਇਹ ਮਿੱਟੀ ਪੁੱਟੀ, ਤੈਨੂੰ ਕੁਝ ਧਨ ਮਿਲ ਜਾਵੇਗਾ, ਸਬਰ ਕਰੀਂ। ਜੇ ਨਾ ਸਬਰ ਆਵੇ ਫਿਰ ਦੂਸਰੀ ਦਿਸ਼ਾ ਨੂੰ ਚਲਿਆ ਜਾਵੀਂ, ਫਿਰ ਵੀ ਸਬਰ ਨਾ ਆਵੇ ਤੀਸਰੀ ਦਿਸ਼ਾ ਨੂੰ ਚਲਿਆ ਜਾਵੀਂ, ਪਰ ਚੌਥੇ ਪਾਸੇ ਨਾ ਜਾਵੀਂ। ਉਹ ਕਹਿੰਦੇ ਜਿਹੜਾ ਵਿਅਕਤੀ ਸੀ ਗਿਆ ਇੱਕ ਪਾਸੇ ਜਾ ਕੇ ਜਦੋਂ ਧਰਤੀ ਪੁੱਟੀ ਧਨ ਮਿਲ ਗਿਆ, ਕਹਿੰਦੇ ਵੀ ਇਹ ਤਾਂ ਹੁਣ ਆਪਣਾ ਹੀ ਹੋ ਗਿਆ ਹੈ। ਉਹਨੂੰ ਉੱਥੇ ਹੀ ਦੱਬ ਦਿੱਤਾ ਔਰ ਦੂਸਰੇ ਪਾਸੇ ਨੂੰ ਚਲਿਆ ਗਿਆ। ਫਿਰ ਚਾਂਦੀ ਨਿਕਲ ਆਈ, ਉਹਨੂੰ ਵੀ ਉੱਥੇ ਹੀ ਦੱਬ ਦਿੱਤਾ। ਫਿਰ ਤੀਸਰੇ ਪਾਸੇ ਸੋਨਾ ਨਿਕਲ ਆਇਆ, ਉਹਨੂੰ ਵੀ ਉੱਥੇ ਹੀ ਦੱਬ ਦਿੱਤਾ। ਵਰਤਨ ਦਾ ਹੁਕਮ ਨਹੀਂ ਮਿਲਿਆ। ਮਹਾਰਾਜ ਪਾਵਨ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ, ਅਨਤਾ ਧਨ ਧਰ ਦੱਬਿਆ, ਫਿਰ ਬਿਖ ਭਾਲਣ ਗਿਆ, ਜਨ ਨਾਨਕ ਨਾਮ ਸਲਾਹੇ ਤੋਂ, ਬਿਨ ਨਾਵੇਂ ਪਚ ਪਚ ਮੋਇਆ। ਕਹਿੰਦੇ ਐ ਬੰਦਿਆ, ਜਿੰਨਾ ਮਰਜੀ ਧਨ ਪ੍ਰਾਪਤ ਕਰ ਕਰਕੇ ਦੱਬੀ ਜਾ, ਤੈਨੂੰ ਸਬਰ ਨਹੀਂ ਆਵੇਗਾ ਜਿੰਨਾ ਚਿਰ ਤੱਕ ਤੂੰ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਜੁੜੇਗਾ, ਤਾਂ ਗੁਰੂ ਦੇ ਉਪਦੇਸ਼ ਦੇ ਨਾਲ ਨਹੀਂ ਜੁੜੇਗਾ। ਤਾਂ ਇਸ ਤਰ੍ਹਾਂ ਮਹਾਰਾਜ ਜੀ ਸਾਨੂੰ ਸਮਝਾ ਰਹੇ ਹਨ
ਕਿ ਇਹ ਜਿਹੜੀ ਤ੍ਰਿਸ਼ਨਾ ਦੀ ਜਲਨ ਹੈ, ਤ੍ਰਿਸ਼ਨਾ ਦੀ ਅਗਨ ਹੈ, ਬੁਝ ਸਕਦੀ ਹੈ। ਬੰਦਾ ਜਥਾ ਲਾਭ ਤਥਾ ਸੰਤੁਸ਼ਟ ਹੋ ਸਕਦਾ ਹੈ, ਇਹਦੇ ਜੀਵਨ ਦੇ ਵਿੱਚ ਸਬਰ ਸੰਤੋਖ ਆ ਸਕਦਾ ਹੈ। ਪਰ ਕਿਵੇਂ ਆਉਂਦਾ ਹੈ? ਮਹਾਰਾਜ ਜੀ ਅਗਲੀ ਪੰਕਤੀ ਦੇ ਵਿੱਚ ਫਰਮਾਉਂਦੇ ਹਨ, ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤ। ਜਦੋਂ ਕਹਿੰਦੇ ਪੂਰਨ ਰੂਪ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ, ਸਵੈ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਰੀ ਕਹਿੰਦੇ ਭਟਕਣਾ, ਸਾਰੀ ਦਵੈਤ ਦੂਰ ਹੋ ਜਾਂਦੀ ਹੈ, ਮਨੁੱਖ ਸ਼ਾਂਤ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ। ਕਹਿੰਦੇ ਜੋ ਸਾਧ ਹਨ, ਸਾਧੂ ਹਨ, ਗੁਰਮੁਖ ਹਨ, ਸੰਤ ਹਨ, ਸਤਿਗੁਰੂ ਹਨ, ਪਰਮੇਸ਼ਰ ਨੇ ਆਪ ਹੀ ਸੰਸਾਰ ਦੇ ਵਿੱਚ ਭੇਜੇ ਹੋਏ ਹੁੰਦੇ ਹਨ। ਔਰ ਉਹ ਸੰਸਾਰ ਦੇ ਵਿੱਚ ਦੱਸਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਸਾਡੇ ਤੁਹਾਡੇ ਤੋਂ ਦੂਰ ਨਹੀਂ ਹੈ। ਬਸ ਭਾਵਨਾ ਬਣਾਉਣ ਦੀ ਜ਼ਰੂਰਤ ਹੈ, ਮਹਿਸੂਸ ਕਰਨ ਦੀ ਜ਼ਰੂਰਤ ਹੈ। ਕਹਿ ਰਵਿਦਾਸ ਹਾਥ ਪੈ ਨੇਰੇ ਸਹਜੇ ਹੋਏ ਸੋ ਹੋਈ। ਭਗਤ ਰਵਿਦਾਸ ਜੀ ਕਹਿੰਦੇ ਜਿਵੇਂ ਸਰੀਰ ਦੇ ਉੱਪਰ ਕੋਈ ਤਕਲੀਫ ਹੋਵੇ, ਹੱਥ ਉਸੇ ਵਕਤ ਉੱਥੇ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਜੇ ਪਰਮੇਸ਼ਰ ਨੂੰ ਬੰਦਾ ਯਾਦ ਕਰੇ, ਇੱਕ ਛਿਨ ਤੋਂ ਵੀ ਪਹਿਲਾਂ ਹਾਜ਼ਰ ਹੋ ਜਾਂਦਾ ਹੈ। ਭਾਵਨਾ ਬਣਾਵੇ, ਭਰੋਸਾ ਹੋਵੇ। ਐਸੀ ਜਿਹੜੀ ਦ੍ਰਿੜਤਾ ਹੈ ਉਹ ਕਹਿੰਦੇ ਜਿਹੜੇ ਸਾਧੂ ਮਹਾਤਮਾ ਹਨ ਉਹ ਜਗਤ ਦੇ ਵਿੱਚ ਦੱਸਦੇ ਹਨ। ਨਾਨਕ ਭ੍ਰਮ ਭੈ ਮਿਟ ਗਏ ਰਾਮਨ ਰਾਮ ਭਰਪੂਰ। ਕਹਿੰਦੇ ਇਸ ਤਰ੍ਹਾਂ ਜੋ ਵਾਹਿਗੁਰੂ ਦੇ ਪਿਆਰੇ ਹਨ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਪਰਿਪੂਰਨ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹਨਾਂ ਦੇ ਭਰਮ ਅਤੇ ਭੈ ਸਾਰੇ ਮਿਟ ਜਾਂਦੇ ਹਨ। ਸ਼ਾਂਤ ਰੁੱਤ ਸਿਸਿਅਰ ਸੀਤਲ ਹਰ ਪ੍ਰਗਟੇ ਮੰਕਰ ਪੋਹ ਜਿਓ। ਸਿਸਿਰ ਰੁੱਤ ਦੁਆਰਾ ਮਹਾਰਾਜ ਜੀ ਸਮਝਾਉਂਦੇ ਹਨ ਕਿ ਮੱਘਰ ਅਤੇ ਪੋਹ ਦਾ ਮਹੀਨਾ ਜਦ ਚੜ੍ਹਦਾ ਹੈ, ਕਹਿੰਦੇ ਫਿਰ ਪੱਤ ਝੜਦੀ ਰੁੱਤ ਆ ਜਾਂਦੀ ਹੈ, ਪੁਰਾਣੇ ਪੱਤੇ ਜਿਹੜੇ ਹਨ ਉਹ ਝੜ ਜਾਂਦੇ ਹਨ। ਇਸੇ ਤਰ੍ਹਾਂ ਜਦ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਰਹਿਮਤ ਵਰਤਦੀ ਹੈ, ਪੁਰਾਣੇ ਜਿਹੜੇ ਸੰਸਕਾਰ ਹੁੰਦੇ ਹਨ, ਪੁਰਾਣੀ ਜਿਹੜੀ ਸੋਚ ਹੁੰਦੀ ਹੈ, ਜਿਹੜੀ ਮਾੜੀ ਸੋਚ ਹੁੰਦੀ ਹੈ, ਉਹਦੇ ਪੱਤੇ ਝੜ ਜਾਂਦੇ ਹਨ। ਉਹਦੀ ਜਗ੍ਹਾ ਤੇ ਫਿਰ ਚੰਗੀ ਨਿਰਮਲ ਪਵਿੱਤਰ ਸੋਚ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ। ਜਲਨ 부ਜੀ ਦਰਸ ਪਾਇਆ ਬਿਨ ਸੇ ਮਾਇਆ ਧਰੋਹ ਜਿਓ। ਜਦ ਕਹਿੰਦੇ ਗੁਰਮੁਖ ਦਰਸ਼ਨ ਨਾਲ ਪ੍ਰਾਪਤ ਕਰ ਲੈਂਦਾ ਹੈ, ਸਵੈ ਸਰੂਪ ਦੀ ਪ੍ਰਾਪਤੀ ਕਰ ਲੈਂਦਾ ਹੈ, ਫਿਰ ਕਹਿੰਦੇ ਮਾਇਆ ਦੇ ਧੋਖੇ ਜਿਹੜੇ ਹਨ ਉਹ ਬਿਨਸ ਜਾਂਦੇ ਹਨ। ਮਾਇਆ ਫਿਰ ਉਹਨੂੰ ਠੱਗਦੀ ਨਹੀਂ ਹੈ, ਧੋਖਾ ਨਹੀਂ ਕਰਦੀ ਹੈ, ਉਹਨੂੰ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ। ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ। ਜਦ ਕੋਈ ਕਹਿੰਦੇ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦਾ ਹੈ, ਚਿੰਤਨ ਕਰਦਾ ਹੈ, ਉਹਦਾ ਮਿਲਾਪ ਹਾਸਲ ਕਰਦਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਸੇਵਕ ਜਦ ਸੇਵਦਾ ਹੈ। ਹਾਰ ਡੋਰ ਸਿਗਾਰ ਸਭ ਰਸ ਗੁਣ ਗਾਓ ਅਲਖ ਅਭੇਵਿਆ। ਫਿਰ ਕਹਿੰਦੇ ਹਾਰ ਡੋਰ, ਜਿਵੇਂ ਸੋਨੇ ਦੇ ਹਾਰ ਦੇ ਵਿੱਚ ਇੱਕ ਸੁੰਦਰ ਡੋਰੀ ਵੀ ਪਾਈ ਜਾਂਦੀ ਹੈ, ਇਹੋ ਜਿਹੀਆਂ ਚੀਜ਼ਾਂ ਕਹਿੰਦੇ ਪਾਉਣ ਨੂੰ ਸਜੀਵ ਰੂਪ ਇਸਤਰੀ ਨੂੰ ਜ਼ਰੂਰਤ ਨਹੀਂ ਰਹਿ ਜਾਂਦੀ ਹੈ, ਅਡੰਬਰ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਹੈ, ਦਿਖਾਵਾ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਹੈ। ਇਸ ਕਰਕੇ ਦਿਖਾਵੇ ਤੋਂ ਰਹਿਤ ਜੀਵਨ ਬਣ ਜਾਂਦਾ ਹੈ। ਹਾਰ ਡੋਰ ਸਿਗਾਰ ਸਭ ਰਸ ਗੁਣ ਗਾਓ ਅਲਖ ਭੇਵਿਆ। ਜੋ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਹਨ। ਭਾਉ ਭਗਤ ਗੋਬਿੰਦ ਬਾਛਤ ਜਮ ਨਾ ਸਾਕੈ ਜੋਹ ਜਿਓ। ਉਹਨਾਂ ਗੁਰਮੁਖਾਂ ਦੇ ਅੰਦਰ ਕਹਿੰਦੇ ਭਾਉ ਭਗਤੀ ਜਿਨ੍ਹਾਂ ਦੇ ਆ ਜਾਂਦੀ ਹੈ, ਜਿਹੜੇ ਪਰਮੇਸ਼ਰ ਨੂੰ ਚਾਹਣ ਵਾਲੇ ਹੁੰਦੇ ਹਨ, ਪਰਮੇਸ਼ਰ ਦੇ ਪਿਆਰਿਆਂ ਨੂੰ ਕਹਿੰਦੇ ਜਿਹੜਾ ਜਮ ਹੈ ਉਹ ਕੈਰੀ ਅੱਖ ਦੇ ਨਾਲ ਦੇਖ ਨਹੀਂ ਸਕਦਾ ਹੈ। ਜਿਹੜੇ ਨਾਮ ਜਪਣ ਵਾਲੇ ਹਨ, ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਕਹਿੰਦੇ ਖੜਦੇ ਹੋਣਗੇ ਦੂਸਰੇ ਲੋਕਾਂ ਨੂੰ ਜਮ ਪਕੜ ਪਕੜ ਕੇ,
ਪਰ ਵਾਹਿਗੁਰੂ ਦੇ ਪਿਆਰੇ ਜਿਹੜੇ ਰਾਹ ਥਾਣੀ ਜਾਂਦੇ ਹਨ ਉਹਨਾਂ ਦਾ ਰਾਹ ਹੀ ਵੱਖਰਾ ਹੁੰਦਾ ਹੈ। ਉਹ ਕਹਿੰਦੇ ਉਹਨਾਂ ਦੀ ਕਥਾ ਬਹੁਤ ਅਲੱਗ ਹੁੰਦੀ ਹੈ। ਬਿਨਵੰਤ ਨਾਨਕ ਪ੍ਰਭ ਆਪ ਮੇਲੀ, ਤਹਿ ਨ ਪ੍ਰੇਮ ਵਿਸ਼ੋਹ ਜਿਉ। ਜਿਹੜੀ ਜੀਵ ਰੂਪ ਇਸਤਰੀ ਨੂੰ ਉਹ ਵਾਹਿਗੁਰੂ ਪ੍ਰਭੂ ਪਤੀ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਹੈ। ਕਹਿੰਦੇ ਉਹਨਾਂ ਨੂੰ ਫਿਰ ਐਸੀਆਂ ਜੀਵ ਰੂਪ ਇਸਤਰੀਆਂ ਨੂੰ ਬਾਅਦ ਦੇ ਵਿੱਚ ਦੁਬਾਰਾ ਵਿਛੋੜਾ ਨਹੀਂ ਝੱਲਣਾ ਪੈਂਦਾ ਹੈ। ਉਹਨਾਂ ਨੂੰ ਫਿਰ ਝੋਰਾ ਜਿਹੜਾ ਹੈ ਉਹ ਨਹੀਂ ਝੱਲਣਾ ਪੈਂਦਾ ਹੈ। ਕਿਉਂਕਿ ਜਿਵੇਂ ਇੱਕ ਸੁਹਾਗਣ ਹੁੰਦੀ ਹੈ, ਇੱਕ ਦੁਹਾਗਣ ਹੁੰਦੀ ਹੈ, ਇੱਕ ਛੁੱਟੜ ਹੁੰਦੀ ਹੈ। ਛੁੱਟਣ ਨੂੰ ਤਾਂ ਬਿਲਕੁਲ ਨਿਕੰਮੀ ਆਖਿਆ ਗਿਆ ਹੈ ਨਾ, ਜੋ ਛੁੱਟੜ ਘਰ ਘਰ ਫਿਰੈ ਦੁਹ ਚਾਰਨ ਬਦ ਨਾਉ। ਸੁਹਾਗਣ ਮਿਲਾਪ ਦਾ ਰਸ ਮਾਣਦੀ ਹੈ, ਪਰ ਜਿਹੜੀ ਦੁਹਾਗਣ ਹੈ ਉਹ ਕਹਿੰਦੇ ਜੋ ਦੁਹਾਗਣ ਰੱਬ ਦੀ ਝੂਰੇ ਦੀ ਝੂਰੇ। ਉਹ ਫਿਰ ਕਹਿੰਦੇ ਝੋਰਾ ਕਰਦੀ ਹੈ ਵੀ ਕਦੋਂ ਮੈਨੂੰ ਪ੍ਰਭੂ ਪਤੀ ਦਾ ਮਿਲਾਪ ਹੋਵੇ। ਜਦ ਕਹਿੰਦੇ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਸਾਰੇ ਝੋਰੇ ਦੂਰ ਹੋ ਜਾਂਦੇ ਹਨ, ਫਿਰ ਕਦੇ ਵਾਸਤੇ ਉਹਨੂੰ ਵਿਛੋੜਾ ਨਹੀਂ ਹੁੰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਮੂਲ ਰੂਪ ਦੇ ਵਿੱਚ ਤ੍ਰਿਸ਼ਨਾ ਦੀ ਅਗਨ ਜਿਹੜੀ ਹੈ ਉਹਨੂੰ ਬੁਝਾਉਣ ਦਾ ਤਰੀਕਾ ਦੱਸਿਆ ਹੈ। ਪਰਮੇਸ਼ਰ ਦਾ ਨਾਮ ਤੋਂ ਬਗੈਰ ਬੰਦੇ ਨੂੰ ਸਬਰ ਸੰਤੋਖ ਨਹੀਂ ਆਉਂਦਾ ਹੈ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹੁ ਸੰਤੋਖ ਹੋਵੈ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ। ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ। ਸਾਧ ਸੰਗਤ ਜੀ ਸਮੁੱਚੇ ਪ੍ਰਬੰਧਕ ਜਨਾਂ ਦਾ, ਗੁਰੂ ਕੀ ਰੂਪ ਪਿਆਰੀ ਸਾਧ ਸੰਗਤ ਜੀ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਪਾਓ ਭਗਤ ਗੋਵਿੰਦ ਬਾਛਤ, ਜਮ ਨ ਸਾਕੈ ਜੋਹ ਜਿਉ। ਬਿਨਵੰਤ ਨਾਨਕ ਪ੍ਰਭ ਆਪ ਮੇਲੀ, ਤਹ ਨ ਪ੍ਰੇਮ ਵਿਛੋਹ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।